कबीर सूख न इस जुग करे जो बहुते मीत। बाबा कबीर जी जिक्र करते हैं, कबीर सूख न इस जुग करे जो बहुते मीत। जो चित राखे एक स्यों ते सुख पावै नीत। पंचम पिता श्री गुरु अर्जन देव जी महाराज वो भी फरमान करते हैं, एक ऊपर जिस जन की आसा, तिसकी कटिया जम की फसा। जिन्हें एक दा आसरा तक्या, जमा की फाही तो ਉਹਦੀ घट होनी है। सिख ने गुरु छड्डियां दा गुरुद्वारे च, हिंदू ने छड्डियां दा मंदिर दे विच, मुल्ला ने छड्डियां दा, इस्लाम मत वालियां ने मस्जिद दे विच, कोई चर्च दे विच छड्डियां दा भी इत्थे ही रब है, होर जगह रब है नहीं। रब सर्व व्यापक है। जह जह पेखो तह हजूर, दूर कतह न जाई। रब रिहा सर्वत्र में, एक जगह नहीं। सत्संग वास्ते ये अस्थान बने। सत्संग दे विच जाके असीं चुगली निंदिया कीती कि प्रभु दे गुण गाए। जे तो प्रभु दे गुण गाए तो सत्संग तुहाडा सफला। ते जेकर तुसीं उत्थे यही दुनियावी गल्लां ही कीतियां, मैं कई बार सोचा, मैं आप भी सोचदा हुन्ना कि गुरु घर चले जाओ तो उत्थे इहो जिहियां गल्लां फुरनगियां जिहड़ियां कदे याद चेते ही नहीं हुंदियां। चेता करन दे बावजूद भी चेते नहीं आउंदियां, उत्थे ओह गल्लां फुरदियां। बाबा कबीर जी ने बड़ा परमार्थ दिता और रब दा रस्ता खोल के दिता। समझाउंदे है, कबीर सूख न इस जुग, जिस जुग दे विच आपां चल रहे हैं, जेकर सुख है, सुख की आस तो हरेक ही रखदा कि मैनूं सुख मिले, परिवार वालों सुख मिले, उधरों सुख मिले, उधरों सुख मिले। बाबियां तो पुच्छा पाउंदियां तुरियां फिरदियां, बाबियां तो तोरी फुलका चलदा। जेकर मित्र एक है, जे इस्त्री दा पति एक है, बड़ी ताकत है इहदे विच। बड़ी ताकत है इहदे विच। मैं दशमेश पिता दा बाकी दा सारा वर्णन बाद च करूँगा। मैं रामा अवतार दे विच लिखदे है, कि लंका दे विच युद्ध होया, युद्ध होया ते राम जी ने, लक्ष्मण जी ने कुंभकर्ण नूं मारता। रावण नूं पता लगा, सिर सट के बह गया, रोया, बहुत रोया। उच्ची उच्ची रो रहा सी। इतने नूं इहदा लड़का मेघनाद आ गया। पिता श्री तुसीं रो रहे हैं, की गल आ? वो कहण लगा, मेरी बांह टुट गई। होया की, कारण दसो। कहण लगा, तेरा चाचा कुंभकर्ण मर गया।
ਮੇਘਨਾਥ ਗੁੱਸੇ ਦੇ ਵਿੱਚ ਆਇਆ, ਕਹਿਣ ਲੱਗਾ, ਪਿਤਾ ਜੀ ਮੈਨੂੰ ਅਭੀ ਆਗਿਆ ਦਿਓ, ਮੈਂ ਯੁੱਧ ਦੇ ਵਿੱਚ ਜਾਵਾਂ, ਰਾਮ ਤੇ ਲਛਮਣ ਨੂੰ ਮੂਰਛਿਤ ਕਰਕੇ ਵਾਪਸ ਮੁੜਾਂਗਾ। ਉਹ ਕਹਿਣ ਲੱਗਾ, ਜਾਓ ਪੁੱਤਰ ਬਦਲ ਲਓ। ਬਾਹਰ ਆਇਆ, ਸਮਾਨ ਦੇ ਵਿੱਚ ਚੜ੍ਹ ਗਿਆ। ਨਾਗਾਂ ਦੀ ਇੰਨੀ ਵਰਖਾ ਕੀਤੀ, ਰਾਮ ਜੀ ਤੇ ਲਛਮਣ ਜੀ ਸੈਨਾ ਸਮੇਤ ਸਭ ਮੂਰਛਿਤ ਹੋ ਕੇ ਡਿੱਗ ਪਏ। ਜਿੱਤ ਦਾ ਡੰਕਾ ਵਜਾ ਕੇ ਪਿਤਾ ਸ਼੍ਰੀ ਜਾ ਕੇ ਹਾਲ ਦੇਖੋ ਰਣਭੂਮੀ ਦਾ, ਰਾਮ ਤੇ ਲਛਮਣ ਮੂਰਛਿਤ ਪਏ ਆ, ਉਹਦੀ ਸੈਨਾ ਵੀ ਪਈ ਆ। ਇਸ਼ਾਰਾ ਕੀਤਾ, ਤਰਜੁਟੀ ਨੂੰ ਬੁਲਾਓ। ਤਰਜੁਟੀ ਸੀ ਇਹਦੇ ਜਹਾਜ਼ ਨੂੰ ਚਲਾਉਣ ਵਾਲਾ। ਤਰਜੁਟੀ ਪੁਸ਼ਪ ਵਿਮਾਨ ਦੇ ਵਿੱਚ ਉਹ ਤਾਂ ਮਾਤਾ ਜੀ ਨਹੀਂ ਕਹਿੰਦਾ ਸੀ, ਸੀਤਾ ਨੂੰ ਬਿਠਾ ਕੇ ਰਣਭੂਮੀ ਦਾ ਹਾਲ ਦਿਖਾਓ। ਵਿਮਾਨ ਖਾਸ ਕਰਕੇ ਉੱਥੇ ਲੈ ਕੇ ਜਾਈ ਜਿੱਥੇ ਰਾਮ ਤੇ ਲਛਮਣ ਮੂਰਛਿਤ ਪਏ ਹੈ। ਰਣਭੂਮੀ ਦਾ ਹਾਲ ਦਿਖਾਉਣ ਵਾਸਤੇ ਮਾਤਾ ਸੀਤਾ ਜੀ ਨੂੰ ਲੈ ਗਿਆ। ਮਾਤਾ ਸੀਤਾ ਜੀ 14 ਵਿਦਿਆ ਦੇ ਜਾਣੂ ਸੀ। ਪਰਮੇਸ਼ਰ ਅੱਗੇ ਬੇਨਤੀ ਕੀਤੀ, ਜੋ ਕਲਗੀਧਰ ਪਾਤਸ਼ਾਹ ਬਖਸ਼ਿਸ਼ ਕਰਦੇ ਹੈ, ਜਾਓ ਮਨ ਬਚ ਕਰਮਨ ਸਹਿਤ ਰਾਮ ਬਿਨਾ ਨਹੀਂ ਔਰ, ਮੇਰੇ ਸਰੀਰ ਤੇ ਮਨ ਕਰਕੇ ਰਾਮ ਤੋਂ ਬਗੈਰ ਹੈ ਨਹੀਂ। ਤਾਂ ਪਰਮੇਸ਼ਰ ਇਹ ਸੈਨਾ ਸਮੇਤ ਜਿੰਦਾ ਹੋ ਜਾਣ। ਵਿਮਾਨ ਦੇ ਉਹ ਗੇੜੇ ਦੇ ਗਿਆ ਤੇ ਮਾਤਾ ਜੀ ਸੰਜੀਵਨੀ ਮੰਤਰ ਪੜ੍ਹਦੇ ਗਏ। ਰਾਮਚੰਦਰ ਜੀ ਸੈਨਾ ਸਮੇਤ ਜਿੰਦਾ ਹੋ ਗਏ। ਵਿਮਾਨ ਵਾਪਸ ਆ ਗਿਆ। ਕਿਉਂ ਬਈ ਦਿਖਾਇਆ ਆ? ਕਿ ਹਾਂ ਮਹਾਰਾਜ ਜੀ, ਮੈਂ ਦਿਖਾਇਆ ਸਾਰਾ ਕੁਛ। ਸੀਤਾ ਨੂੰ ਕਹੋ ਹਾਲ ਵੀ ਮੰਨ ਜਾਵੇ। ਉਹ ਕਹਿਣਗੇ ਨਹੀਂ, ਮੇਰਾ ਰਾਮ ਹੀ ਸਭ ਕੁਛ ਹੈ। ਐਸੀ ਕੋਈ ਇਸਤਰੀ ਹੈ, ਉਹਦਾ ਸਤਿਕਾਰ ਕਰਨਾ ਕੋਈ ਪਾਪ ਨਹੀਂ ਹੈ। ਉਹਨੂੰ ਮਾਤਾ ਜੀ ਕਹਿਣਾ ਜਾਂ ਭੈਣ ਜੀ ਕਹਿਣਾ ਕੋਈ ਪਾਪ ਨਹੀਂ ਹੈ। ਜਿਹੜੇ ਕੋਈ ਇਸੇ ਤਰ੍ਹਾਂ ਹੀ ਇਸਤਰੀ ਕੋਈ ਆਪਣੇ ਪਤੀ 'ਤੇ ਖੜੀ ਹੈ, ਉਹਦਾ ਸਤਿਕਾਰ ਕਰੋ। ਜਿਹੜਾ ਕੋਈ ਬੰਦਾ ਆਪਣੀ ਘਰਵਾਲੀ 'ਤੇ ਖੜਾ ਹੈ, ਉਹਦਾ ਸਤਿਕਾਰ ਕਰੋ। ਮੈਂ ਦੱਸ ਰਿਹਾ ਸੀਗਾ ਕਿ ਇਸਤਰੀ ਵਿੱਚ ਇਤਨੀ ਤਾਕਤ ਹੈ, ਰੱਬ ਦੀ ਕੀਤੀ ਹੋਈ ਨੂੰ ਵੀ ਉਹ ਮੋੜ ਦਿੰਦੀ ਹੈ। ਇਹ ਤਾਕਤ ਹੈ। ਕਲਗੀਧਰ ਪਾਤਸ਼ਾਹ ਫਰਮਾਉਂਦੇ ਆ, ਜੇ ਇਸੇ ਤਰ੍ਹਾਂ ਗੁਰਸਿੱਖ ਵੀ ਹੋਵੇ, ਸਾਡਾ ਤਾਂ ਮੈਂ ਤਾਂ ਹੁਣ ਆਹ ਦੇਖਦਾ ਹੁੰਦਾ ਬੜਾ ਕੁਛ। ਪੂਰਨਮਾਸ਼ੀ ਆ ਗਈ, ਬਾਬੇ ਹੋਰ। ਮੱਸਿਆ ਆ ਗਈ, ਬਾਬੇ ਹੋਰ। ਸੰਗਰਾਂਦ ਆ ਗਈ, ਬਾਬੇ ਹੋਰ। ਦਸਵੀਂ ਆ ਗਈ, ਬਾਬੇ ਹੋਰ। ਇਹ ਤਾਂ ਕੈਸਟਾਂ ਵਾਂਗੂ ਬਾਬੇ ਹੀ ਬਦਲਣ 'ਚ ਰਹਿੰਦੇ ਆ। ਉਹ ਬਾਬੇ ਤੋਂ ਸਾਡਾ ਕੰਮ ਨਹੀਂ ਸੌਰਿਆ, ਦੂਜੇ ਬਾਬੇ ਕੋਲ ਚੱਲਦੇ ਆ।
ਕੰਮ ਕਰਨ ਵਾਲਾ ਤਾਂ ਇੱਕੋ ਹੀ ਹੈ, ਉਹ ਪਰਮੇਸ਼ਰ, ਜਿਸ ਨੂੰ ਨਿਰੰਕਾਰ ਗੁਰੂ ਨਾਨਕ ਕਹਿੰਦੇ ਆ, ਉਹ ਹੈ। ਉਹਦੀ ਸ਼ਰਨ ਵਿੱਚ ਕੋਈ ਜਾਂਦਾ ਹੀ ਨਹੀਂ। ਮੈਂ ਤਾਂ ਆਪ ਬੜਾ ਹੈਰਾਨ ਹੁੰਦਾ, ਗੁਰਦੁਆਰਿਆਂ ਵਿੱਚ ਮੈਂ ਬੜਾ ਹੈਰਾਨ ਹੁੰਦਾ। ਮੈਂ ਚਲਿਆ ਗਿਆ ਇੱਥੇ ਆਪਣੇ ਅਸਥਾਨਾਂ ਦੇ ਦਰਸ਼ਨ ਕੀਤੇ, ਸ੍ਰੀ ਖੰਡੂਰ ਸਾਹਿਬ। ਉੱਥੇ ਜਿਹੜੀ ਅਰਦਾਸ ਭਾਈ ਨੇ ਕੀਤੀ, ਉਹ ਦੂਜੇ ਪਾਤਸ਼ਾਹ ਦੀ ਕੀਤੀ, ਗੁਰੂ ਨਾਨਕ ਸਾਹਿਬ ਦਾ ਨਾਮ ਨਹੀਂ ਲਿਆ। ਮੇਰਾ ਮਨ ਬੜਾ ਉਦਾਸ ਹੋਇਆ ਵੀ ਇਹ ਕੀ ਗੱਲ ਹੋ ਗਈ। ਸਭ ਕੁਝ ਤਾਂ ਗੁਰੂ ਨਾਨਕ ਦਾ ਹੈ। ਜੇ ਪਾਤਸ਼ਾਹੀਆਂ ਵੀ ਬੜੀਆਂ ਗੁਰੂ ਨਾਨਕ ਨੇ ਬਣਾਈਆਂ, ਜੇ ਇਹਨਾਂ ਕੋਲ ਸ਼ਕਤੀ ਆਈ ਹੈ ਤਾਂ ਗੁਰੂ ਨਾਨਕ ਨੇ ਬਖਸ਼ਿਸ਼ ਕੀਤੀ ਹੈ। ਗੋਇੰਦਵਾਲ ਸਾਹਿਬ ਆ ਗਿਆ, ਉੱਥੇ ਵੀ ਇਹੀ। ਤੀਸਰੇ ਪਾਤਸ਼ਾਹ ਦਾ ਨਾਂ ਲਿਆ, ਹੋਰ ਕਿਸੇ ਪਾਤਸ਼ਾਹ ਦਾ ਨਾਂ ਹੀ ਨਹੀਂ ਲਿਆ। ਜਦੋਂ ਕਿ ਹਰ ਇੱਕ ਗੁਰੂ ਅਸਥਾਨ ਦੇ ਉੱਤੇ ਗੁਰੂ ਨਾਨਕ ਦੀ ਪੂਜਾ ਹੋਣੀ ਸਭ ਤੋਂ ਵੱਡਾ। ਸਤਿਗੁਰੂ ਨਾਨਕ ਜਿਨ ਕਰ ਰਾਖੀ ਮੇਰੀ। ਇਸੇ ਕਰਕੇ ਲੋਕ ਭਟਕ ਰਹੇ ਆ, ਮਨਾਂ ਨੂੰ ਖੁਸ਼ੀ ਨਹੀਂ ਆ ਰਹੀ, ਪੈਸਾ ਹੋਣ ਦੇ ਬਾਵਜੂਦ ਵੀ ਉਦਾਸ ਹੈ, ਭਟਕ ਰਹੇ ਆ। ਗੁਰੂ ਨਾਨਕ ਨੂੰ ਤਾਂ ਪੂਜ ਹੀ ਨਹੀਂ ਰਿਹਾ ਕੋਈ। ਜਿਤਨੇ ਵੀ ਸਾਧੂ ਆ, ਕੋਈ ਹੋਊਗਾ। ਪਹਿਲਾਂ ਮੈਂ ਅੱਗੇ ਸਾਡੇ ਆ ਨਾਨਕਸਰ ਤਾਂ ਵੀ ਹਰ ਪੂਰਨਮਾਸ਼ੀ ਮੈਂ ਸੁਣਦਾ ਹੁੰਦਾ ਵੀ ਕਿੰਨੀ ਕੁ ਵਾਰ ਗੁਰੂ ਨਾਨਕ ਸਾਹਿਬ ਦਾ ਨਾਮ ਲਿਆ, ਕਿੰਨੀ ਕੁ ਵਾਰ ਬਾਬੇ ਆਨੰਦ ਸਿੰਘ ਦਾ ਨਾਮ ਲਿਆ। ਮੈਂ ਗਿਣਦਾ ਹੁੰਦਾ, ਦੇਖਦੇ ਕੋਈ ਨਾਮ ਨਹੀਂ ਲੈਂਦਾ। ਆਪੋ ਆਪਣੀਆਂ ਆਪੋ ਆਪਣੇ ਮਤ ਚਲਾਏ ਹੋਏ ਹੈ। ਕੋਈ ਕਹਿੰਦਾ ਇਸ ਵਿਧੀ ਨਾਲ ਪਾਠ ਕਰੋਗੇ ਤੁਹਾਨੂੰ ਫਲ ਮਿਲੂਗਾ। ਸ੍ਰੀ ਸੁਖਮਨੀ ਸਾਹਿਬ ਦੇ ਵਿੱਚ ਸਾਹਿਬ ਫਰਮਾਨ ਕਰਦੇ ਆ, ਏਕ ਉਪਰ ਜਿਸ ਜਨ ਕੀ ਆਸਾ, ਤਿਸ ਕੀ ਕਟਿਆ ਜਮ ਕੀ ਫਸ। ਤੁਸੀਂ ਇੱਕ ਦੀ ਆਸ ਰੱਖਦੇ ਹੀ ਨਹੀਂ ਤੇ ਜਮਾਂ ਦੀ ਫਾਹੀ ਕੱਟ ਕਿਵੇਂ ਹੋਊਗੀ। ਸੁਖਰੀ ਪੜ੍ਹਨਾ ਤਾਂ ਨਹੀਂ ਕੱਟ ਹੋਣੀ। ਇੱਕ ਦਾ ਆਸਰਾ ਤੱਕਦੇ ਹੀ ਨਹੀਂ। ਬਾਬਾ ਆਨੰਦ ਸਿੰਘ ਜੀ ਮਹਾਰਾਜ ਦਾ ਬਚਨ ਸੀ, ਜਿਸ ਇਸਤਰੀ ਦਾ ਪਤੀ ਘਰ ਦੇ ਵਿੱਚ ਹੈ, ਮੇਰੇ ਕੋਲੇ ਆਉਣ ਦੀ ਲੋੜ ਨਹੀਂ ਹੈ। ਜਿਸ ਭੈਣ ਦਾ ਭਰਾ ਘਰ ਦੇ ਵਿੱਚ ਹੈ, ਉਸ ਲੜਕੀ ਨੂੰ ਮੇਰੇ ਕੋਲੇ ਆਉਣ ਦੀ ਲੋੜ ਨਹੀਂ ਹੈ। ਬੱਚਿਆਂ ਦਾ ਮਾਂ ਪਿਓ ਹੈ, ਮਾਤਾ ਪਿਤਾ ਦੀ ਸੇਵਾ ਕਰੋ, ਆਪ ਤੋਂ ਵੱਡਿਆਂ ਦਾ ਸਤਿਕਾਰ ਕਰੋ। ਬਾਬਾ ਜੀ ਦਾ ਉਪਦੇਸ਼ ਸੀ। ਮਾਲਕ ਦੇ ਚਰਨਾਂ ਨਾਲ ਜੁੜੋ। ਮੇਰੇ ਕੋਲ ਕੀ ਕਰਨਾ ਹੈ? ਬਾਬਾ ਜੀ ਨੇ ਉਪਦੇਸ਼, ਸਿੱਧਾ ਜਿਹਾ ਉਪਦੇਸ਼ ਕਰਨਾ। ਏਕ ਉਪਰ जिस जन की आसा, तिसकी कटिया जम की फस। अमरधारी सिंह मैं पीरां दे अस्थानां ते मत्था टेकदे देखे। पीरां दा सत्कार करना कोई पाप नहीं है।
ਮਨ ਇੱਕ ਦਾ ਹੋਣਾ ਚਾਹੀਦਾ। ਉਸ ਮਨ ਦੇ ਵਿੱਚ ਕੋਈ ਹੋਰ ਨਾ ਬੈਠਾ ਹੋਵੇ। ਜੇ ਬਹਿੰਦਾ ਤਾਂ ਫਿਰ ਉਹ ਕੱਚਾ ਖਿਡਾਰੀ ਹੈ। ਅਤੇ ਜੇਕਰ ਮਨ ਦੇ ਵਿੱਚ ਹੋਰ ਹੀ ਖਿਆਲ ਆਈ ਜਾਂਦੇ ਆ, ਉਹ ਵੀ ਆ ਗਿਆ, ਉਹ ਵੀ ਆ ਗਿਆ, ਉਹ ਵੀ ਆ ਗਿਆ, ਉਹ ਵੀ ਆ ਗਿਆ, ਨਹੀਂ, ਖਿਆਲ ਕਰੋ। ਆਪ ਤੋਂ ਵੱਡਿਆਂ ਦਾ ਘਰ ਦੇ ਵਿੱਚ ਸਤਿਕਾਰ ਕਰੋ। ਤਾਂ ਫਿਰ ਥਾਲੀਆਂ ਚੱਕ ਕੇ ਦਸਵੀਂ ਵਾਲੇ ਦਿਨ ਤੁਰ ਪੈਂਦੀਆਂ ਗੁਰਦੁਆਰੇ, ਫਿਰ ਰੋਟੀ ਫੜਾਇਆ ਆਈਏ ਭਾਈ ਨੂੰ। ਜਿਉਂਦੇ ਪਿਤਰ ਨ ਮਾਨੀਐ, ਹੋਏ ਸਰਾਧ ਕਰਾਏ। ਜਿਉਂਦੇ ਤਾਂ ਮੰਨਦੇ ਹੀ ਨਹੀਂ, ਮਾਂ ਪਿਓ ਨੂੰ ਰੋਟੀ ਦਿੰਦੇ ਨਹੀਂ। ਉਹ ਗੁਰਦੁਆਰੇ ਤੋਂ ਜਾਂ ਇੱਧਰ ਉੱਧਰ ਰੋਟੀ ਮੰਗ ਕੇ ਖਾ ਲੈਂਦਾ, ਅਤੇ ਮੁੜ ਕੇ ਜਦੋਂ ਉਹ ਮਰ ਜਾਂਦਾ ਫਿਰ ਉਹ ਕਹਿੰਦਾ ਲਿਆਓ ਰੋਟੀ ਹੁਣ। ਕਦੇ ਮੱਝਾਂ ਦੇ ਥਣਾਂ 'ਚੋਂ ਦੁੱਧ ਦੀ ਜਗ੍ਹਾ 'ਤੇ ਲਹੂ ਆਉਣ ਲੱਗ ਪੈਂਦਾ। ਕਦੇ ਕੋਈ ਨਾ ਕੋਈ ਜੀਵ ਬਿਮਾਰ ਹੋ ਜਾਂਦਾ, ਫਿਰ ਭੱਜੀਆਂ ਫਿਰਦੀਆਂ ਸਿਆਣਿਆਂ ਕੋਲੇ। ਸਿਆਣੇ ਫਿਰ ਕਹਿੰਦੇ ਕੋਈ ਨਹੀਂ, ਇਲਾਜ ਕਰ ਦਿਆਂਗੇ ਅਸੀਂ। ਆ ਭਾਈ ਨੂੰ ਵੀ ਤੁਸੀਂ ਦੇਣੇ ਹੀ ਆ ਖੰਡ ਪਾਠ ਦੇ, ਉਹੀ ਸਾਨੂੰ ਦੇ ਜਾਓ, ਅਸੀਂ ਤੁਹਾਡੀ ਫਿਰ ਇਹ ਕਰਾਂਗੇ। ਇਹ ਗਾਂਹ ਦੀ ਗਾਂਹ ਇਹ ਸਾਡੇ ਚਲਾਏ ਹੋਏ ਆ। ਜੇਕਰ ਅਸੀਂ ਸੱਚੇ ਦਿਲ ਨਾਲ ਉਸ ਪਰਮੇਸ਼ਰ ਨੂੰ, ਜਿਸ ਨੇ ਸ੍ਰਿਸ਼ਟੀ ਪੈਦਾ ਕੀਤੀ ਹੈ, ਉਸ ਮਾਲਕ ਨੂੰ ਅਸੀਂ ਯਾਦ ਕਰੀਏ, ਅੱਲਾ, ਰਾਮ, ਵਾਹਿਗੁਰੂ, ਗੋਡ, ਕਿਸੇ ਵੀ ਨਾਮ ਨਾਲ, ਇਹਦਾ ਫਲ ਮਿਲਦਾ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਦਾ ਜੋ ਉਪਦੇਸ਼ ਹੈ, ਉਹ ਤੁਹਾਨੂੰ ਕਿਹਦੇ ਨਾਲ ਜੋੜਦਾ? ਨਿਰੰਕਾਰ ਨਾਲ। ਇੱਥੇ ਮਜ਼ਹਬ ਜਾਂ ਜਾਤੀ ਦਾ ਕੋਈ ਵਿਤਕਰਾ ਨਹੀਂ ਹੈ। ਸਭ ਜਾਤਾਂ ਦੀ ਬਾਣੀ ਹੈ, ਸਭ ਮਜ਼ਹਬਾਂ ਦੀ ਬਾਣੀ ਹੈ। ਰਸਤਾ ਤਾਂ ਉੱਥੇ ਹੀ ਜਾਂਦਾ ਸਾਰਾ, ਨਿਰੰਕਾਰ ਕੋਲ ਹੀ ਪਹੁੰਚਦੇ ਆ। ਇੱਕ ਵਾਰ ਦਾ ਮੇਰੇ ਮਨ ਦੇ ਵਿੱਚ ਸ਼ੰਕਾ ਸੀ, ਇੱਕ ਸੁਪਨਾ ਆਇਆ ਮੈਨੂੰ ਇੱਕ ਸਾਧੂ, ਉਹਦੇ ਨਾਲ ਜਾਣ ਦਾ ਮੌਕਾ ਮਿਲਿਆ। ਮੈਂ ਸਾਧੂ ਨਾਲ ਤੁਰਿਆ ਜਾਂਦਾ। ਅਸੀਂ ਇੱਕ ਹਾਲ ਦੇ ਵਿੱਚ ਪਹੁੰਚ ਗਏ। ਉਹਨੇ ਮੈਨੂੰ ਦੱਸਿਆ ਵੀ ਇੱਥੇ ਨਿਰੰਕਾਰ ਬਹਿੰਦਾ। ਮੈਂ ਕਿਹਾ ਨਿਰੰਕਾਰ ਇੱਥੇ ਬਹਿੰਦਾ? ਕਹਿਣ ਲੱਗਾ ਹਾਂ। ਮੈਂ ਕਿਹਾ ਆਇਆ ਤਾਂ ਹੈ ਨਹੀਂ। ਮੈਂ ਸੁਪਨੇ ਦੀ ਗੱਲ ਦੱਸ ਰਿਹਾ। ਮੇਰੇ ਮਨ ਦੇ ਵਿੱਚ ਇਹ ਫੁਰੀ ਕਿ ਗੁਰੂ ਨਾਨਕ ਸਾਹਿਬ, ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਅਤੇ ਬਾਬੇ ਨੰਦ ਸਿੰਘ ਦਾ ਸਰੂਪ, ਜਦੋਂ ਨਿਰੰਕਾਰ ਆਪ ਨਹੀਂ ਬਹਿੰਦਾ ਅਤੇ ਇਹਨਾਂ ਦੀ ਜਗ੍ਹਾ 'ਤੇ ਇੱਥੇ ਸਰੂਪ ਲੱਗੇ ਹੋਣ, ਜਿਹੜਾ ਮੇਰੇ ਵਰਗਾ ਆਵੇ ਉਹ ਨਮਸਕਾਰ ਕਰ ਸਕੇ। ਵੱਡਾ ਤੇਰਾ ਦਰਬਾਰ ਸੱਚਾ ਤੁਧ ਤਖਤ। ਫਿਰ ਮੈਂ ਪੁੱਛਿਆ ਮਹਾਤਮਾ ਬੁੱਧ ਜੀ ਉੱਥੇ ਬਾਹਰ ਬੈਠੇ ਆ, ਇਹ ਕੀ ਗੱਲ? ਕਹਿਣ ਲੱਗੇ ਨਹੀਂ, ਇਹ ਨਿਰੰਕਾਰ ਦੇ ਅੰਦਰ ਨਹੀਂ ਹੈ। ਇਹਨਾਂ ਨੇ ਸਭ ਨੇ ਆਪੋ ਆਪਣੀ ਪੂਜਾ ਕਰਵਾਈ। ਇਹ ਮੈਂ ਦੇ ਵਿੱਚ ਰਹੇ। ਗੁਰੂ ਨਾਨਕ ਤੂੰ ਹੀ ਨਿਰੰਕਾਰ,
ਇੱਕ ਪਿੱਛੇ ਜੇ ਇੱਕ ਬੰਦੇ ਨੇ ਦਿੱਲੀ ਦਾ ਸੀਗਾ, ਉਹਨੇ ਪਾਇਆ ਵੀ ਇੱਕ ਨਾਨਕਸਰ ਦੇ ਵਿੱਚ ਆ ਵੀ ਜਿਹੜਾ ਇਹ ਕਹਿੰਦੇ ਆ ਵੀ ਇੱਕ ਤੂੰ ਹੀ ਨਿਰੰਕਾਰ ਨੇ ਰੂਪ ਧਾਰਨ ਕੀਤਾ ਗੁਰੂ ਨਾਨਕ ਦਾ, ਤਾਂ ਕਹਿੰਦੇ ਆ। ਇਹ ਗਲਤ ਕਹਿੰਦੇ ਆ, ਸੋਝੀ ਤਾਂ ਆਪ ਨੂੰ ਨਹੀਂ ਸੀ। ਮੇਰੀ ਅੱਖ ਖੁੱਲ੍ਹ ਗਈ, ਮੈਂ ਸੋਚਦਾ ਰਿਹਾ ਵੀ ਇਹ ਕੀ ਗੱਲ ਹੋ ਗਈ। ਰਾਤ ਦਾ 1 ਵਜਿਆ, ਇਹ ਕੀ ਕੌਤਕ ਹੋਇਆ। ਫਿਰ ਮੇਰੇ ਮਨ ਦੇ ਵਿੱਚ ਖਿਆਲ ਆਇਆ, ਮੇਰੇ ਮਨ ਦੇ ਵਿੱਚ ਸ਼ੰਕਾ ਸੀ, ਸ਼ੰਕਾ ਨਿਵਰਤ ਕੀਤੀ ਹੈ ਮਾਲਕ ਨੇ। ਸਮਝਾਤਾ ਵੀ ਜਿਹੜੇ ਮੈਂ ਵਾਲੇ ਆ ਉਹ ਬਾਹਰ ਹੁੰਦੇ ਆ, ਤੇ ਜਿਹੜੇ ਇੱਕ ਤੂੰ ਹੀ ਨਿਰੰਕਾਰ ਕਹਿੰਦੇ ਆ ਇਹ ਅੰਦਰ। ਇਹਨਾਂ ਨੂੰ ਤਾਂ ਕੋਲੇ ਵੀ ਬੁਲਾ ਲੈਂਦਾ। मैं बेनती कर रहा सीगा, एक ऊपर जिस जन की आसा तिसकी कट गया जम की फासा। जमा की फाही उन्होंने कट होनी है जेड़े एक दे ते कैस्टा वांगू जेकर ये बाबे ही बदल च रहे तो फिर नहीं जमा की फाही कट होनी, ना ही तुहाडे दुख निवृत होने आ। दुख निवृत तां होणगे एक निरंकार धन गुरु नानक सच्चे पातशाह का आसरा तकोगे। कई तो गुरु नानक साहब नूं कल्ला ही नानक दसणगे, जिवें नाल पढ़दे रहे हुंदे आ, पर उन्हां दी जिहड़ी सोच है, सोच गलत है। आप तो वड्डे दा सत्कार करना, कईयां ने कमेंट भी पाने मैनू भी तू माता सीता क्यों कहा, पर नहीं, वड्डे सी, वड्डियां दा सत्कार करना यह गुरसिख दा कर्म है। गुरसिख ताही है, किसी धर्म का अपमान ना करो, किसी धर्म की निंदा ना करो। सारे धर्म मेरे मालक कोले पहुँचते हैं, जिसनों असी निरंकार कहने हैं, अल्लाह कहने हैं, गॉड कहने हैं, वाहिगुरु कहने हैं, राम कहने हैं। जिन्ने भी नाम हैं उन्होंने नामां नाल पुकारिया जाता। उस मालक नूं याद करो, याद करेगा इस जीवन नूं मेला मुसाफिर बंदे आया सी कुछ लाहे कारने रुझ गया किहड़े धंधे। आया तो सीगा रब दा नाम लैण वास्ते भी मैं रब दा नाम जपूंगा, तो पढ़ ली बोतल जा एक तुर पिया हा चट्टा जिहा आटा जिहा, इन्हें सारी दुनिया घुमा के रखती। रब वांगू इहदे भी दर्शन किते हुंदे आ, कई जांदे भी चिट्टा चिट्टा हैगा, पर इहदे दर्शन नहीं हुंदे। इस दुनिया पर रोज मुसाफिर नित उठ बाग बहार नहीं। काची कंध बालू का गारा तिस पर महल उसार नहीं। भाई बधू कुटुंब कनेरा भीड़ पई कोई यार नहीं। ते की हुंदा आखिर नूं डक्के तोड़ के उठे हुंदे आ। सज्जण मित्र भरा जायदाद दे हकी बस भी इन्ने ही सी, हुण अपनी सांस टुट गई। पर गुरु नानक नाल
ਸਤਿਗੁਰੂ ਤਾੜਨਾ ਵੀ ਕਰਦੇ ਆ। ਨਾਨਕ ਕੱਚੜਿਆ ਸਿਉ ਤੋੜ, ਗੁਰੂ ਨਾਨਕ ਕਹਿੰਦਾ ਕੱਚੜਿਆ ਸਿਉ ਤੋੜ, ਢੂੰਡ ਸੱਜਣ ਸੰਤ ਪੱਕਿਆਂ। ਓਏ ਜਵੰਦੇ ਵਿਛੜੇ ਮੋਇਆ ਨਾ ਜਾਈ ਛੋੜ। ਸਾਧੂ ਹੋਵੇ ਤਾਂ ਇੱਦਾਂ ਦਾ ਹੋਵੇ ਜਿਹੜਾ ਲੋਕ ਵਿੱਚ ਵੀ ਅਤੇ ਪਰਲੋਕ ਵਿੱਚ ਵੀ, ਅਤੇ ਜਿਨ੍ਹਾਂ ਦਾ ਲੋਕ ਵਿੱਚ ਹੀ ਹੈ ਨਹੀਂ ਕੁਛ। ਮੇਰੀ ਇੱਕ ਸੰਤ ਨਾਲ ਚੱਲ ਪਈ, ਮੈਨੂੰ ਕਹਿੰਦਾ ਜੀ ਦਰਗਾਹੀ ਡਿਊਟੀ ਹੈ। ਮੈਂ ਕਿਹਾ ਇਹਨੂੰ ਪੁੱਛੋ, ਉਹਨੇ ਜਗਰਾਉਂ ਸਾਰਾ ਦੇਖਿਆ। ਦਰਗਾਹ ਦੀਆਂ ਗੱਲਾਂ ਤੁਸੀਂ ਕਰਦੇ ਆ, ਝੂਠ ਬੋਲਦੇ ਆ, ਪਰ ਮੈਨੂੰ ਇਹ ਦੱਸੋ ਵੀ ਇਹਨੇ ਜਗਰਾਉਂ ਸਾਰਾ ਸ਼ਹਿਰ ਦੇਖਿਆ? ਜਿਹਨੂੰ ਜਗਰਾਉਂ ਦੀ ਸੋਝੀ ਨਹੀਂ, ਰੱਬ ਦੀ ਸੋਝੀ ਕਿੱਥੋਂ ਹੋ ਜੂਗੀ? ਇਹ ਛੋਟੇ ਵਕੀਲ ਆ, ਕਹਿੰਦੇ ਜੀ ਇਹਨਾਂ ਦੀ ਦਰਗਾਹੀ ਡਿਊਟੀ ਆ। ਮੈਂ ਕਿਹਾ ਨਹੀਂ ਹੋ ਸਕਦਾ। ਕਹਿੰਦਾ ਕੀ ਗੱਲ? ਮੈਂ ਨਹੀਂ ਮੰਨਦਾ। ਇੱਕ ਤਹਿਸੀਲ ਦਾ ਵਕੀਲ ਹੋਵੇ, ਮੈਂ ਕਿਹਾ ਸੈਸ਼ਨ ਕੋਰਟ ਦੇ ਵਿੱਚ ਨਹੀਂ ਲੜ ਸਕਦਾ। ਸੈਸ਼ਨ ਕੋਰਟ ਦਾ ਹਾਈ ਕੋਰਟ ਦੇ ਵਿੱਚ ਨਹੀਂ ਲੜ ਸਕਦਾ। ਹਾਈ ਕੋਰਟ ਵਾਲਾ ਮੈਂ ਕੁੱਤੇ ਵੱਡੀ ਅਦਾਲਤ ਦੇ ਵਿੱਚ ਉੱਥੇ ਨਹੀਂ ਲੜ ਸਕਦਾ। ਤੁਸੀਂ ਛੋਟੇ ਵਕੀਲਾਂ ਨੂੰ ਦਰਗਾਹੀ ਡਿਊਟੀ ਕਹਿੰਦੇ ਆ। ਇਹ ਆਪਣਾ ਕੇਸ ਇੱਥੇ ਤਾਂ ਲੜ ਦੂ। ਜੇ ਤੁਸੀਂ ਕਹੋ ਵੀ ਉੱਪਰ, ਵੀ ਸੁਪਰੀਮ ਕੋਰਟ 'ਚ ਜਾ ਕੇ ਲੜ ਲੂ, ਨਹੀਂ ਉੱਥੇ ਖੜ੍ਹਨਾ ਨਹੀਂ ਦੇਣਾ ਕਿਤੇ। ਇਸੇ ਤਰ੍ਹਾਂ ਹੀ ਇਹ ਸਾਧੂ ਮਹਾਤਮਾ ਦੀਆਂ ਡਿਗਰੀਆਂ। ਇਹ ਦੇਖਿਆ ਕਰੋ ਵੀ ਇਹ ਕਿੰਨੀ ਕੁ ਜੋਗਾ ਹੈਗਾ। ਇਹ ਸੈਸ਼ਨ ਕੋਰਟ 'ਚ ਲੜੂ, ਹਾਈ ਕੋਰਟ 'ਚ ਲੜੂ, ਸੁਪਰੀਮ ਕੋਰਟ ਦੇ ਵਿੱਚ ਲੜੂ, ਰਾਸ਼ਟਰਪਤੀ ਕੋਲ ਜਾਊ। ਰੱਬ ਕੋਲ ਤਾਂ ਕੋਈ ਜਾਂਦਾ ਹੀ ਨਹੀਂ। ਇਹ ਤਾਂ ਥੱਲੇ ਥੱਲੇ ਹੀ ਆ, ਬਾਬਿਆਂ ਨੂੰ ਮੱਥੇ ਟੇਕੀ ਜਾਂਦੇ ਬਸ। ਉਹ ਪਤਾ ਵਰਕ ਹੀ ਦਿੰਦੇ ਆ, ਆਹ ਜੋ ਅੱਜ ਪ੍ਰਸ਼ਾਦਾ ਆਇਆ, ਨਜ਼ਾਰੇ ਆ ਗਏ। ਉਹ ਫਿਰ ਉਹਦੀ ਬਾਅਦ ਨੂੰ ਹੋਰ ਚੰਗੇ ਪਦਾਰਥ ਬਣਾ ਕੇ ਉੱਥੇ ਲੈ ਕੇ ਜਾਂਦੀਆਂ। ਐਵੇਂ ਨਾ ਕਹਿ ਦਿਓ ਵੀ ਖੇਤਾਂ 'ਚ ਨੂੰ ਤੁਰੀਆਂ ਜਾਂਦੀਆਂ। ਮੈਂ ਨਾਨਕਸਰ ਦੀ ਗੱਲ ਕਰ ਰਿਹਾ। ਇਹਨਾਂ ਨੂੰ ਪੰਪ ਛਕਾਉਣਾ ਆਉਂਦਾ। ਜੇ ਬੀਬੀ ਤੂੰ ਨਾ ਹੋਵੇਂ, ਹੋਰ ਵੱਡਾ ਪੰਪ ਮਾਰ ਦਿੰਦੇ ਆ, ਤਾਂ ਤੁਹਾਡੇ ਤਾਂ ਘਰ ਦਾ ਗੁਜ਼ਾਰਾ ਨਾ ਚੱਲੇ। ਬੰਦੇ ਦੀ ਨਿੰਦਿਆ ਕਰ ਦੇਣੀ, ਇਸਤਰੀ ਦੀ ਸਲਾਹੁਤਾ ਕਰ ਦੇਣੀ, ਫਿਰ ਬੰਦੇ ਤੋਂ ਬਾਹਰੀ ਹੋ ਕੇ ਵੀ ਉਹ ਪ੍ਰਸ਼ਾਦਾ ਲੈ ਕੇ ਜਾਂਦੀ ਹੈ। ਚਲ ਮੈਂ ਨਿੰਦੇ ਵਾਲੇ ਪਾਸੇ ਨਹੀਂ ਜਾਂਦਾ। ਏਕ ਉੱਪਰ ਜਿਸ ਜਨ ਕੀ ਆਸਾ, ਕਬੀਰ ਸੂਖ ਨਾ ਏਸ ਜੁਗ, ਕਰੈ ਜੋ ਬਹੁਤੇ ਮੀਤ। ਕਾਚੇ ਗੁਰ ਤੇ ਮੁਕਤ ਨਾ ਹੂਆ। ਡਿਗਰੀਆਂ ਇਹਨਾਂ ਕੋਲ ਹੈ ਨਹੀਂ ਅਤੇ ਤੁਸੀਂ ਡਿਗਰੀਆਂ ਦੇ ਦਿੰਦੇ ਆ ਵੱਧ। ਦਰਗਾਹੀ ਡਿਊਟੀ ਇੱਕ ਸਾਡੇ ਇੱਥੇ ਆਉਂਦਾ ਹੁੰਦਾ ਸੀ, ਉਹਨੇ ਜਦੋਂ ਵੀ ਗੱਲ ਕਰਨੀ ਦਰਗਾਹੀ ਡਿਊਟੀ ਹੈ ਭਾਈ। ਮੈਂ ਕਿਹਾ ਨਹੀਂ ਕੋਈ ਦਰਗਾਹੀ ਡਿਊਟੀ ਨਹੀਂ। ਮੈਂ ਕਿਹਾ ਕੋਈ ਦਰਗਾਹੀ ਡਿਊਟੀ ਨਹੀਂ। ਜੇਕਰ ਦਰਗਾਹੀ ਡਿਊਟੀ ਹੋਵੇ ਤਾਂ ਪਰਮੇਸ਼ਰ ਵੱਲੋਂ ਹੁਕਮ ਹੋਊਗਾ ਸਾਰਿਆਂ ਨੂੰ ਆ ਜਾਣਾ। ਸੁਪਰੀਮ ਕੋਰਟ ਦਾ ਆਰਡਰ ਮੈਂ ਕਿਹਾ ਸਾਰੇ ਪਹੁੰਚ ਜਾਂਦਾ। ਜਿੰਨੀਆਂ ਨਿੱਕੀਆਂ ਮੋਟੀਆਂ ਅਦਾਲਤਾਂ ਸਾਰਿਆਂ ਕੋਲ ਆਰਡਰ ਆ ਜਾਂਦਾ ਵੀ ਸੁਪਰੀਮ ਕੋਰਟ ਨੇ ਆਹ ਆਰਡਰ ਕਰਤਾ। ਗੁਰੂ ਨਾਨਕ ਦੇ ਘਰ ਦਾ ਉਪਦੇਸ਼ ਫਿਰ ਸਾਰੀ ਜਗ੍ਹਾ ਪਹੁੰਚ ਜਾਂਦਾ। ਪਤਾ ਲੱਗਦਾ ਹੈ ਵੀ ਇਹ ਰੱਬ ਨੂੰ ਮਿਲਿਆ ਹੈ, ਰੱਬ ਦਾ ਸੰਦੇਸ਼, ਰੱਬ ਦਾ ਉਪਦੇਸ਼
ਜੋ ਸੁਣਾ ਰਿਹਾ ਹੈ ਉਹ ਫਿਰ ਪਹੁੰਚਦਾ ਹੈ, ਥੱਲੇ ਤੱਕ ਆ ਜਾਂਦਾ ਹੈ। ਸਾਡੇ ਵਰਗੇ ਕੋਲ ਹੁੰਦਾ ਕੁਛ ਹੈ ਨਹੀਂ ਗਾ, ਵੀ ਚਾਰ ਇੱਧਰੋਂ ਚਾਰ ਉੱਧਰੋਂ ਮਾਰ ਕੇ ਚੱਲ ਗੱਲਾਂ ਅਸੀਂ ਕਰ ਲੈਂਦੇ ਹਾਂ। ਮਾਲਕ ਨੂੰ ਯਾਦ ਕਰੋ। ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਨੂੰ ਯਾਦ ਕਰੋ। ਅੱਲਾ ਕਹੋ, ਗੋਡ ਕਹੋ, ਵਾਹਿਗੁਰੂ ਕਹੋ, ਰਾਮ ਕਹੋ, ਕਿਸੇ ਵੀ ਨਾਮ ਨਾਲ ਉਸ ਮਾਲਕ ਨੂੰ ਯਾਦ ਕਰੋ। ਇੱਕ ਦੇ ਬੇੜੇ ਚੜ੍ਹ ਜਾਓ, ਇਹ ਸਾਰੇ ਬੇੜੇ ਉੱਥੇ ਹੀ ਜਾਣੇ ਆ, ਨਿਰੰਕਾਰ ਦੇ ਕੋਲੇ। ਤੁਹਾਡਾ ਜਪਿਆ ਹੋਇਆ ਨਾਮ ਨਿਰੰਕਾਰ ਦੇ ਉੱਥੇ ਮਨਜ਼ੂਰ ਹੋਣਾ, ਉੱਥੋਂ ਮੋਹਰ ਲੱਗਣੀ ਹੈ। ਓਏ ਐਵੇਂ ਤੁਸੀਂ ਆ ਟੁਕੜ ਬੋਝ ਜੇ ਲੋਕਾਂ ਦੇ ਮਗਰ ਤੁਰੇ ਫਿਰਦੇ ਆ, ਇਹਨਾਂ ਕੋਲ ਕੁਛ ਨਹੀਂ ਹੈ। ਇਹ ਤਾਂ ਆਪਣੇ ਖਿਆਲ ਬਸ ਠੀਕ ਹੈ। ਲੋਕ ਆਪੋ ਵਿੱਚ ਹੀ ਭਿੜੀ ਜਾਂਦੇ, ਉਹ ਕਹਿੰਦੇ ਸਾਡਾ ਸੰਤ ਚੰਗਾ, ਉਹ ਕਹਿੰਦੇ ਸਾਡਾ ਸੰਤ ਚੰਗਾ। ਬਹੁਤ ਚੰਗੇ ਸਾਰੇ ਹੀ ਆ, ਪਰ ਇੱਕ ਚੰਗਾ, ਉਹ ਕਿਹੜਾ? ਸਭ ਤੋਂ ਵੱਡਾ ਸਤਿਗੁਰੂ ਨਾਨਕ, ਜਿਨ ਕਲ ਰਾਖੀ ਮੇਰੀ। ਮੇਰਾ ਮਾਲਕ ਵੱਡਾ ਹੈ, ਜੋ ਵੱਡਾ ਹੈ। ਮੈਂ ਨੀਵੀਂ, ਮੇਰਾ ਮੁਰਸ਼ਿਦ ਉੱਚਾ, ਅਸਾਂ ਉੱਚਿਆਂ ਦੇ ਸੰਗ ਲਾਈ। ਗੁਰੂ ਨਾਨਕ ਦੇ ਚਰਨਾਂ ਨਾਲ ਜੁੜੇ ਮੈਂ ਨੀਵੀਂ, ਮੇਰਾ ਮੁਰਸ਼ਿਦ ਉੱਚਾ, ਅਸਾਂ ਉੱਚਿਆਂ ਦੇ ਸੰਗ ਲਾਈ। ਉੱਚਾ ਕੌਣ? ਸਭ ਤੋਂ ਵੱਡਾ ਸਤਿਗੁਰੂ ਨਾਨਕ। ਸਦਕੇ ਜਾਵਾਂ ਇਹਨਾਂ ਉੱਚਿਆਂ ਦੇ, ਜਿਨ੍ਹਾਂ ਨੀਵਿਆਂ ਸੰਗ ਨਿਭਾਈ। ਨੀਵਿਆਂ ਨੂੰ ਆਪਣੇ ਚਰਨਾਂ 'ਚ ਬੈਠਣ ਲਈ ਥਾਂ ਦਿੱਤਾ। ਸੋ ਭਾਈ ਗੁਰਸਿੱਖੋ, ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਪਰਮੇਸ਼ਰ ਨੂੰ ਜਪੋ। ਜਪੋਗੇ ਤੁਹਾਨੂੰ ਕੀ ਮਿਲੂਗਾ? ਇਹ ਲੋਕ ਸੁਖੀਏ, ਪਰਲੋਕ ਸੁਹੇਲੇ, ਨਾਨਕ ਹਰਿ ਪ੍ਰਭੁ ਆਪੇ ਮੇਲੇ। ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ।